ਕੋਈ ਅਫਰੀਕਾ ਦੀ ਕਿਸੇ ਵੀ ਕੰਟਰੀ ਚ ਆਉਣਾ ਚਾਹੇ ਕੀ ਸੁਜੈਸ਼ਨ ਦਿਓਗੇ? ਆਉਣਾ ਚਾਹੀਦਾ ਹੈ? ਆਸਣ ਵਾਸਤੇ ਨਾ ਇੱਥੇ ਪੌਲੇ ਇੱਥੇ ਪਾ ਜਾਣੇ ਇੱਥੇ ਪਾ ਲਓ ਤੇ ਨਸੋ ਪਿਛਾਂ ਨੂੰ ਅੱਲਾ ਦੀ ਵਕਤ ਖਤਮ ਹੋ ਚੁੱਕਿਆ। ਅਫਰੀਕਾ ਦਾ ਚੀਜ਼ਾਂ ਚੇਂਜ ਹੋ ਚੁੱਕੀਆਂ। ਲੇਡੀਜ਼ ਦੇ ਤੁਸੀਂ ਉਹਨਾਂ ਨੂੰ ਵੀ ਵਲੌਗ ਦੇ ਵਿੱਚ ਸ਼ਾਮਿਲ ਕੀਤਾ ਕਰੋ। ਇੱਕ ਫਾਲੋਅਰਸ ਵੀ ਨਾ ਰਹਿ ਜੇ, ਇੱਕ ਵਿਊਜ਼ ਵੀ ਨਾ ਰਹਿ ਜੇ, ਮੈਂ ਇਹ ਨਹੀਂ ਕਰਦਾ। ਸਾਰੇ ਤੁਸੀਂ ਹੈਗੇ ਹੋ ਨਕਲੀ ਕਰੈਕਟਰ, ਅਸਲੀ ਐਕਟਰ ਜਿਹੜੇ ਨਾ ਭਜਨ ਹੈਗੇ ਨੇ। ਨਹੀਂ ਸਿਰਫ ਵਲੋਗ ਚ ਕੋਈ ਸ਼ੁਗਲ ਮੇਲਾ ਹੋ ਜਾਂਦਾ। ਅੱਲਾ ਲਾ ਵਿਆਹ ਤੇ ਅਸਤਗਫਿਰੁੱਲਾ ਵਾਲਾ ਹੌਲਾ ਵਾਲਾ ਸੋਚਣਾ ਵੀ ਨਾ ਜਨਾਬ। ਤੇ ਸਰ ਇਹ ਵੀ ਦੱਸ ਦਿਓ ਕਿੰਨੇ ਕੁ ਡਾਲਰ ਆ ਰਹੇ ਨੇ? ਅਸੀਂ ਇਹਨੂੰ, ਮੈਂ ਸਪੈਸ਼ਲੀ ਇਸ ਚੀਜ਼ ਨੂੰ ਏਡਾ ਕਦੀ ਇਨਕਲੂਡਡ ਸਮਝੀ ਹੀ ਨਹੀਂ ਹੈ, ਕਿਉਂਕਿ ਮੈਂ ਇਹਨੂੰ ਆਟੇ 'ਚ ਲੂਣ ਦੇ ਬਰਾਬਰ ਸਮਝਣਾ। ਅਲਹਮਦੁਲਿਲਾ ਅਸੀਂ ਆਪਣਾ ਇੱਕ ਕਾਰੋਬਾਰ ਕਰ ਰਹੇ। ਜੁਮੇਰਾਤ ਅਸੀਂ ਮਾਰਚ ਕਰਾਂਗੇ, ਲੇਕਿਨ ਉਹ ਵਕਤੀ ਤੌਰ ਤੇ ਸਪੀਚ ਦੀ ਹੱਦ ਤੱਕ ਸੀ। ਹੁਣ ਕਾਫੀ ਚੀਜ਼ਾਂ ਸਟੇਬਲ ਨੇ। ਸਰ ਬਹੁਤ ਸਾਰੀ ਐਸੀ ਦੁਨੀਆ ਹੈ ਜਿਹੜੀ ਪਿੱਛੇ ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਨੇਪਾਲ ਜਾਂ ਹੋਰ ਜਿਨ੍ਹਾਂ ਮੁਲਕਾਂ ਤੋਂ ਆਏ ਉਹਨਾਂ ਦੇ ਪਿੱਛੇ ਕੋਈ ਨਹੀਂ ਰਿਹਾ। 80 ਵੀ ਆ ਜਿਨ੍ਹਾਂ ਦਾ ਪਿੱਛੇ ਕੁਝ ਹੈ ਵੀ ਹੈ ਨਾ, ਉਹ ਵੀ ਬੰਦੇ ਜਦੋਂ ਇੱਥੋਂ ਵਾਪਸ ਵਾਈਂਡ ਅਪ ਕਰਕੇ ਜਾਣਗੇ ਨਾ ਤਾਂ ਕਦੇ ਵੀ ਸਕਸੈਸਫੁਲ ਦੁਬਾਰਾ ਨਹੀਂ ਹੋਣਗੇ। ਕਿ ਯੂਕੇ ਵਾਲੇ ਖੁਦ ਜਿਹੜੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਠੀਕ ਹੈ, ਉਹ ਬਸ ਨਸ਼ਿਆਂ ਦੇ ਲੱਗ ਗਏ ਜਾਂ ਗਵਰਨਮੈਂਟ ਦੀ ਮੁਰਾਦ ਤੇ ਬੈਠੇ ਰਹੇ। ਮੈਂ ਪਾਕਿਸਤਾਨ ਰਹਿ ਕੇ ਸ਼ਾਇਦ ਕਦੇ ਵੀ ਬੱਸਾਂ ਦੇ ਵਿੱਚ ਜਾ ਕੇ ਤੇ ਘੜੀਆਂ ਨਾ ਸੇਲ ਕਰਦਾ, ਕਦੇ ਵੀ ਹੋ ਸਕਦਾ, ਲੇਕਿਨ ਇੱਥੇ ਆਏ ਆ ਤੇ ਪਤਾ ਹੈ ਕਿ ਇੱਥੇ ਕੋਈ ਵੀ ਨਹੀਂ ਪਿਆ ਵੇਂਦਾ। ਵਿੱਕੀ ਭਾਈ, ਜਿਨ੍ਹਾਂ ਲੋਕਾਂ ਕੋਲ ਡਾਕੂਮੈਂਟ ਸੀ, ਹੁਣ ਜਿਵੇਂ ਤੁਹਾਡੇ ਕੋਲ ਪੂਰੇ ਮੁਕੰਮਲ ਡਾਕੂਮੈਂਟ ਨੇ ਔਰ ਹਰ ਚੀਜ਼ ਮੁਕੰਮਲ ਹੈ, ਲੀਗਲ, ਤੁਸੀਂ ਸਾਰੀ ਫਾਰਮੈਲਿਟੀਜ਼ ਪੂਰੀਆਂ ਕੀਤੀਆਂ ਨੇ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ? ਨਹੀਂ ਜੀ, ਬਿਲਕੁਲ ਨਹੀਂ, ਅਲਹਮਦੁਲਿਲਾ। ਔਰ ਸਾਡੇ ਇਸ ਏਰੀਆਜ਼ ਦੇ ਵਿੱਚ ਤੇ ਹੈ ਵੀ ਬਿਲਕੁਲ ਜ਼ੀਰੋ ਪ੍ਰੋਬਲਮ ਸੀ। ਸ਼ਾਇਦ ਇੱਕ ਤੁਸੀਂ ਕਹਿ ਲੈਂਦੇ ਹੋ ਕਿ ਪ੍ਰੋਵਿੰਸਸ ਹੈ ਸਨ ਜਿਹਦੇ ਵਿੱਚ KwaZulu Natal ਸੀ, ਹਾਊਟਿੰਗ ਸੀ। ਇਹ ਦੋ ਐਸੇ ਸਨ ਜਿਹੜੇ ਹੇਠਲਿਸਟ ਦੇ ਵਿੱਚ ਸਨ ਔਰ ਬਹੁਤ ਜ਼ਿਆਦਾ ਟਰਬਲ ਸੀ। ਲੇਕਿਨ ਅਲਹਮਦੁਲਿਲਾ ਗਵਰਨਮੈਂਟ ਨੇ ਇਤਨਾ ਸੋਫਿਸਟੀਕੇਟਡ ਤਰੀਕੇ ਦੇ ਨਾਲ ਇਹਨੂੰ ਹੈਂਡਲ ਕੀਤਾ ਹੈ ਨਾ ਕਿ ਬਿਲੀਵ ਮੀ ਕਿ ਐਵਰੀਥਿੰਗ ਵਾਜ਼ ਇਨ ਆਰਡਰ। 3 ਤਰੀਕ ਨੂੰ ਉਹਨਾਂ ਨੇ ਹੈਲੀਕਾਪਟਰ ਬਿਲਕੁਲ ਇਸ ਤਰ੍ਹਾਂ ਉਹਨਾਂ ਨੇ ਰੈਡੀ ਕਰਕੇ ਖਿਲਾ ਰਹੇ ਸਨ, ਗੱਡੀਆਂ ਪੁਲਿਸ ਦੀਆਂ। ਉਹਨਾਂ ਨੇ ਤਕਰੀਬਨ 600 ਮਿਲੀਅਨ ਰੈਂਟ ਇਨਵੈਸਟ ਕੀਤਾ ਹੈ ਸਿਰਫ ਔਰ ਸਿਰਫ ਓਵਰਸੀਜ਼ ਨੂੰ ਪ੍ਰੋਟੈਕਟ ਕਰਨ ਵਾਸਤੇ। ਔਰ ਉਹਨਾਂ ਨੇ ਪ੍ਰੋਟੈਕਟ ਕਰਕੇ ਦੱਸ ਛੜਿਆ, ਨੋ ਡਾਊਟ। ਨਹੀਂ ਤੇ ਬਹੁਤ ਵੱਡਾ ਇੱਕ ਐਸਾ ਹਜੂਮ ਹੋਣਾ ਸੀ ਜਿਹਦੇ ਵਿੱਚ ਜਿਤਨੇ ਫੋਰਨ ਨੈਸ਼ਨਲ ਆਏ ਨੇ ਸਾਰਿਆਂ ਦੀ ਜਾਨਾਂ ਦਾ ਵੀ ਖਤਰਾ ਹੋ ਸਕਦਾ ਸੀ, ਮਾਲ ਦਾ ਵੀ। ਲੇਕਿਨ ਇਹਨਾਂ ਨੇ, ਗਵਰਨਮੈਂਟ ਨੇ ਬਿਲਕੁਲ ਬਹੁਤ ਅੱਛਾ ਇਕਦਾਮ ਕੀਤਾ ਜਿਹਦੀ ਵਜ੍ਹਾ ਤੋਂ ਬਿਲਕੁਲ ਮਾਈਨਰ ਜਿਹੀਆਂ ਇੰਜਰੀਜ਼ ਹੋਈਆਂ ਨੇ। ਨੋ ਡਾਊਟ ਜਿਤਨੀ ਕੋ ਹਵਾ ਬਣ ਚੁੱਕਿਆ ਸੀ ਨਾ ਉਹਦੀ ਮੁਨਾਸਬਤ ਦੇ ਨਾਲ ਬਿਲਕੁਲ ਮਾਈਨਰ ਹੈ ਜੋ ਕੁਝ ਹੋਇਆ ਹੈ। ਇਹ ਨਹੀਂ ਕਿ 30 ਜੂਨ ਨੂੰ ਕੱਖ ਨਹੀਂ ਹੋਇਆ। ਕੁਝ ਦੁਕਾਨਾਂ ਲੁੱਟੀਆਂ ਨੇ, ਉਹਨਾਂ ਨੇ ਲੂਟਿੰਗ ਕੀਤੀ ਹੈ, ਕੁਝ ਇਲਾਕਿਆਂ ਦੇ ਵਿੱਚ ਜਾ ਕੇ ਮਾਮਲਾਤ ਖਰਾਬ ਕੀਤੇ ਨੇ, ਲੇਕਿਨ ਉਹ ਸਮਝ ਲਵੋ ਕਿ ਆਟੇ ਦੇ ਵਿੱਚ ਲੂਣ ਦੇ ਮੁਤਾਬਕ ਸਨ ਬਸ। ਬਿਲਕੁਲ ਠੀਕ ਹੈ। ਤੇ ਹੁਣ ਇਹਦਾ ਅੱਗੇ ਕੋਈ ਫਰਦਰ ਐਕਸਟੈਂਡ ਕੀਤੀ ਉਹਨਾਂ ਨੇ, ਕੋਈ ਡੇਟ ਵਗੈਰਾ, ਹੀ ਹੈ ਮਾਮਲਾ ਦਫਾ ਹੋ ਗਿਆ? ਦੇਖੋ, ਇਹ ਮੈਂ ਤੇ ਸਮਝਣਾ ਵਾ ਕਿ ਹਵਾਈ ਹੁੰਦਾ ਹੈ ਜੇ ਵਕਤੀ ਤੌਰ ਤੇ ਜੇ ਲੰਘ ਜੇ ਨਾ। ਮੈਂ ਅੱਗੇ ਆਂਦਾ ਹੁੰਦਾ ਜਿਤਨੇ ਆਪਣੇ ਭਾਈ ਦੋਸਤ ਯਾਰ ਅਹਬਾਬ, ਮੈਂ ਨਾ ਕਿ ਯਾਰ ਤੁਹਾਡੇ ਕੋਲ ਭਾਵੇਂ ਡਾਕੂਮੈਂਟ ਹੈ ਵੀ ਨੇ ਨਾ ਤਾਂ ਵੀ ਤੁਸੀਂ ਅੱਗੇ ਨਹੀਂ ਚੜਨਾ। ਬਿਲਕੁਲ ਤੁਸੀਂ ਸਾਈਡ ਤੇ ਹੋ ਜਾਵੋ, ਵਕਤ ਲੰਘਣ ਦਿਓ। ਇਨਸ਼ਾਅੱਲਾ ਅਲ ਅਜ਼ੀਜ਼ ਚੀਜ਼ਾਂ ਸਾਰੀਆਂ ਸਮੂਥ ਹੋ ਜਾਣਗੀਆਂ। ਉਹੀ ਹੋਇਆ ਕਿ ਉਹਨਾਂ ਨੇ ਬੇਸਿਕਲੀ ਤੇ ਡੇਟ ਦੇ ਉੱਥੇ ਮਾਰਚ ਦੇ 30 ਜੂਨ ਉਹਨਾਂ ਨੇ ਆਖਿਆ ਕਿ ਅਸੀਂ ਹਰ ਜੁਮੇਰਾਤ ਅਸੀਂ ਮਾਰਚ ਕਰਾਂਗੇ, ਲੇਕਿਨ ਉਹ ਵਕਤੀ ਤੌਰ ਤੇ ਸਪੀਚ ਦੀ ਹੱਦ ਤੱਕ ਸੀ। ਹੁਣ ਕਾਫੀ ਚੀਜ਼ਾਂ ਸਟੇਬਲ ਨੇ ਅਲਹਮਦੁਲਿਲਾ। ਅੱਛਾ, ਤੇ ਅਗਰ ਥੋੜੀ ਪਾਸਟ ਹਿਸਟਰੀ ਦੇਖੀ ਜਾਏ, ਪਹਿਲੇ ਵੀ ਅਫਰੀਕਨ ਕੰਟਰੀ ਜਿੰਨੀਆਂ ਵੀ ਨੇ, ਇਹਨਾਂ 'ਚ ਕੁਛ ਨਾ ਕੁਛ ਹਰ 5, 10, 15, 20 ਸਾਲ ਦੇ ਬਾਅਦ ਕੁਛ ਨਾ ਕੁਛ ਇਸ ਤਰ੍ਹਾਂ ਦੀ ਗੇਮ ਚੱਲਦੀ ਰਹਿੰਦੀ ਹੈ ਤੇ ਇਹ ਪਰਮਾਨੈਂਟ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ। ਕਿਉਂਕਿ ਦੇਖੋ ਹੁਣ ਬਹੁਤ ਸਾਰੇ ਐਸੇ ਨੇ, ਚਲੋ ਤੁਸੀਂ ਤੇ ਤੁਹਾਡਾ ਪਿੱਛੇ ਮਾਸ਼ਾਅੱਲਾ ਅਲਹਮਦੁਲਿਲਾ ਪਿੱਛੇ ਸਾਰਾ ਕੁਝ ਠੀਕ ਹੈ, ਰੂਟਸ ਹਲੇ ਵੀ ਤੁਸੀਂ ਕਨੈਕਟਡ ਹੋ। ਸਰ ਬਹੁਤ ਸਾਰੀ ਐਸੀ ਦੁਨੀਆ ਹੈ ਜਿਹੜੀ ਪਿੱਛੇ ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਨੇਪਾਲ ਜਾਂ ਹੋਰ ਜਿਨ੍ਹਾਂ ਮੁਲਕਾਂ ਤੋਂ ਆਏ ਉਹਨਾਂ ਦੇ ਪਿੱਛੇ ਕੋਈ ਨਹੀਂ ਰਿਹਾ। 20, 25, 40 ਸਾਲ ਤੋਂ ਉੱਥੇ ਬੈਠੇ ਨੇ, ਪਿੱਛੇ ਰੂਟਸ ਖਤਮ ਹੋ ਚੁੱਕੀਆਂ ਨੇ। ਲੇਕਿਨ ਉਹਨਾਂ ਲੋਕਾਂ ਵਾਸਤੇ ਅਗਰ ਇਸ ਤਰ੍ਹਾਂ ਦੇ ਮਸਲੇ ਮਸਾਇਲ ਬਾਰ-ਬਾਰ ਆਉਂਦੇ ਰਹਿਣਗੇ ਤੇ ਅੱਗੇ ਉਹਨਾਂ ਦਾ ਬੱਚਿਆਂ ਦਾ ਕੀ ਬਣੇਗਾ, ਉਹਨਾਂ ਦਾ ਕੀ ਬਣੇਗਾ? ਇਹ ਤੇ ਮਤਲਬ ਇੱਕ ਟੈਨਸ਼ਨ ਹਮੇਸ਼ਾ ਰਹੇਗੀ। ਮੁਨੀਰ ਭਾਈ, ਇੱਕ ਚੀਜ਼ ਜ਼ਿਹਨ 'ਚ ਰੱਖ ਲੈ ਕਿ 80 ਵੀ ਆ ਜਿਨ੍ਹਾਂ ਦਾ ਪਿੱਛੇ ਕੁਝ ਹੈ ਵੀ ਹੈ ਨਾ, ਉਹ ਵੀ ਬੰਦੇ ਜਦੋਂ ਇੱਥੋਂ ਵਾਪਸ ਵਾਈਂਡ ਅਪ ਕਰਕੇ ਜਾਣਗੇ ਨਾ ਤਾਂ ਕਦੇ ਵੀ ਸਕਸੈਸਫੁਲ ਦੁਬਾਰਾ ਨਹੀਂ ਹੋਣਗੇ। ਉਹਦੀ ਰੀਜ਼ਨ ਇਹ ਵੀ ਕਿ ਜ਼ਿੰਦਗੀ ਗੁਜ਼ਾਰ ਚੁੱਕੇ ਆ 20-25 ਸਾਲ। ਫੋਰ ਐਗਜ਼ਾਮਪਲ ਮੈਂ 17-18 ਸਾਲ ਹੋ ਗਏ ਨੇ, ਕਈ ਐਸੇ ਲੋਕ ਨੇ 30-30, 35-35 ਸਾਲ ਹੋ ਗਏ ਨੇ ਉਹਨਾਂ ਨੂੰ ਇੱਥੇ ਸਪੈਂਡ ਕੀਤੇ ਆ। ਔਰ ਇਹ ਸਾਊਥ ਅਫਰੀਕਾ ਦੀ ਜਿਸ ਤਰ੍ਹਾਂ ਦੀ ਲਾਈਫ ਹੈ ਨਾ, ਯਕੀਨ ਕਰੇ ਪੂਰੀ ਦੁਨੀਆ ਦੇ ਉੱਤੇ ਸ਼ਾਇਦ ਹੀ ਕੋਈ ਕੰਟਰੀ ਹੋਵੇ ਜਿੱਥੇ ਇਸ ਤਰ੍ਹਾਂ ਦੀ ਲਾਈਫ ਹੋਵੇ। ਤੇ ਅਸੀਂ ਜਿਸ ਤਰ੍ਹਾਂ ਦੇ ਯੂਜ਼ ਟੂ ਹੋ ਚੁੱਕੇ ਹਾਂ ਨਾ, ਅਸੀਂ ਸ਼ਾਇਦ ਹੀ ਹੈ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਕਾਮਯਾਬ ਹੋ ਸਕੀਏ। ਮੈਂ ਬਹੁਤ ਸਾਰੇ ਕੰਟਰੀ ਵਿਜ਼ਿਟ ਕੀਤੇ ਨੇ, ਮੈਂ USA ਤੱਕ ਵੀ ਜਾ ਕੇ ਵਿਜ਼ਿਟ ਕੀਤਾ, ਫਿਰੇ ਟੁਰੇ ਵੇਖੇ ਆ, ਲੇਕਿਨ ਜਿਹੜਾ ਮਜ਼ਾ ਸਾਊਥ ਅਫਰੀਕਾ ਦਾ ਨਾ ਉਹ ਘੱਟ ਹੀ ਕਿਸੇ ਹੋਰ ਮੁਲਕ ਦੇ ਵਿੱਚ। ਇੱਥੇ ਤੁਹਾਨੂੰ ਜਨਾਬੇ ਵਾਲੀ ਮੇਡ ਬੜੇ ਈਜ਼ੀਲੀ ਅਵੇਲੇਬਲ ਹੋ ਜਾਂਦੇ ਨੇ, ਤੁਹਾਡੇ ਕੰਮ ਕਰਨਾ ਤੁਹਾਡੀ ਸਿਰਫ ਔਰ ਸਿਰਫ ਜ਼ਿਹਨੀ ਮੁਸ਼ੱਕਤ ਹੈ ਜਿਹੜੀ ਤੁਸੀਂ
ਕਰਨੀ ਹੁੰਦੀ ਹੈ, ਜਿਹਨੇ ਮੁਸ਼ਕਲ ਕਰਕੇ ਤੇ ਤੁਸੀਂ ਆਪਣਾ ਜਿਹੜੇ ਨਾ ਬਿਜ਼ਨਸ ਨੂੰ ਚਮਕਾਣਾ ਹੈ ਔਰ ਆਪ 4 ਪੈਸੇ ਕਮਾਣੇ ਨੇ। ਤੇ ਮੈਂ ਸਮਝਦਾ ਵਾਂ ਕਿ ਕਿਸੇ ਵਾਸਤੇ ਵੀ ਇਤਨਾ ਈਜ਼ੀ ਨਹੀਂ ਹੈ ਜਾ ਕੇ ਤੇ ਪਾਕਿਸਤਾਨ ਦੁਬਾਰਾ ਅਗਰ ਕੋਈ ਇੰਡੀਆ ਬੰਗਲਾਦੇਸ਼ ਭੇਜ ਛੱਡਣ ਤੇ ਜਾ ਕੇ ਤੇ ਆਪਣਾ ਕੋਈ ਸੈਟਲ ਹੋ ਸਕਣ। ਇਟਸ ਨਾਟ ਦੈਟ ਈਜ਼ੀ। ਅੱਲਾਹ ਪਾਕ ਜਿੱਥੇ ਜਿੱਥੇ ਕਿਸੇ ਦਾ ਕੋਈ ਕਾਰੋਬਾਰ ਲੱਗਾ ਇੱਥੇ ਹੀ ਅੱਲਾਹ ਪਾਕ ਇਸਤਕਾਮਤ ਦੇ ਔਰ ਇਹਨਾਂ ਦੇ ਦਿਲ ਦੇ ਵਿੱਚ ਸਾਡੇ ਲਈ ਰਹਿਮ ਪਾਏ ਔਰ ਅਸੀਂ ਆਪਣੇ ਜਿਹੜੇ ਮਾਮਲਾਤ ਹੈ ਨੇ ਬਖੂਬੀ ਕਰ ਰਹੇ ਹਾਂ, ਕਰਦੇ ਰਹੀਏ। ਬਿਲਕੁਲ ਸਹੀ। ਆਮੀਨ। ਅੱਛਾ, ਇਹਦੇ 'ਚ ਮੈਨੂੰ ਲੱਗਦਾ ਕਿ ਕੁਝ ਓਵਰਸੀਜ਼ ਦੀਆਂ ਵੀ ਗਲਤੀਆਂ ਨੇ। ਅਕਸਰ ਹੁੰਦਾ ਕੀ ਹੈ ਨਾ ਕਿ ਦੇਖੋ, ਜਿਸ ਤਰ੍ਹਾਂ ਹੁਣ ਯੂਕੇ 'ਚ ਜਿਸ ਤਰ੍ਹਾਂ ਮਾਮਲਾਤ ਚੱਲ ਰਹੇ ਨੇ ਇਸ ਵਕਤ, ਕਿ ਯੂਕੇ ਵਾਲੇ ਖੁਦ ਜਿਹੜੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਠੀਕ ਹੈ, ਉਹ ਬਸ ਉਹ ਨਸ਼ਿਆਂ ਨੁਸ਼ਿਆਂ ਦੇ ਲੱਗ ਗਏ ਜਾਂ ਗੌਰਮੈਂਟ ਦੀ ਮੁਰਾਦ ਤੇ ਬੈਠੇ ਰਹੇ। ਬਾਅਦ 'ਚ ਜਿਹੜੇ ਓਵਰਸੀਜ਼ ਆਏ ਉਹਨਾਂ ਨੇ ਆ ਕੇ ਉੱਥੇ ਵੱਡੇ ਵੱਡੇ ਇੰਪਾਇਰ ਖੜੇ ਕਰ ਲਿੱਤੇ, ਵੱਡੀ ਵੱਡੀ ਜੌਬ ਸਿਕਿਉਰ ਕਰ ਲਿੱਤੀਆਂ। ਉਹਦੀ ਵਜ੍ਹਾ ਤੇ ਹੁਣ ਉਹ ਰੇਸਿਜ਼ਮ ਦੇ ਚੱਕਰ 'ਚ ਆ ਗਏ ਨੇ। ਉਹ ਕਹਿੰਦੇ ਨਹੀਂ ਜੀ, ਸਾਡੇ ਹੱਕ ਤੇ ਡਾਕਾ ਮਾਰਿਆ ਸਰ, ਤੁਸੀਂ ਅਗਰ ਇੱਦੇ ਕਾਬਿਲ ਹੁੰਦੇ ਤੇ ਬਾਹਰੋਂ ਆ ਕੇ ਕਿਉਂ ਤੁਹਾਡੇ ਉਹਦੇ ਤੇ ਕੋਈ ਜਿਹੜਾ ਨਾ ਕਾਬਜ਼ ਹੁੰਦਾ। ਤੇ ਸਾਊਥ ਅਫਰੀਕਾ 'ਚ ਵੀ ਇਹੀ ਵਜ੍ਹਾ ਹੈ। ਐਗਜ਼ੈਕਟਲੀ ਇਹੀ ਸਿਚੁਏਸ਼ਨ ਇੱਥੇ ਵੀ ਸਾਊਥ ਅਫਰੀਕਾ ਦੇ ਜਿਹੜਾ ਤਬਕਾ ਹੈ ਨਾ ਉਹ ਲੇਜ਼ੀ ਹੈ। ਉਹ ਕੁਝ ਹੱਦ ਤੱਕ ਜਿਹੜਾ ਨਾ ਕਿਉਂਕਿ ਉਹ ਜ਼ਿਆਦਾ ਐਡਿਕਟਡ ਨੇ ਆਪਣਾ ਅਲਕੋਹਲ ਵਗੈਰਾ ਦੇ, ਤੇ ਕੁਝ ਇਹਨਾਂ ਦੇ ਵਿੱਚ ਵੀ ਬੈਡ ਹੈਬਿਟਸ ਹੈ ਨੇ ਜਿਹੜੀਆਂ ਨਾ ਉਹ ਕਰਦੇ, ਲੇਕਿਨ ਸਾਰੇ ਨਹੀਂ ਹੈ। ਤੇ ਉਹ ਸਾਰੇ ਠੀਕ ਵੀ ਨਹੀਂ ਤੇ ਸਾਰੇ ਠੀਕ ਹੈ ਵੀ ਨਹੀਂ ਵੀ ਹੈ। ਇਹ ਦੋਵੇਂ ਔਰ ਇਹ ਹਕੀਕਤ ਹੈ। ਅਸੀਂ ਆਨੇ ਆ ਕਿ ਅਗਰ ਤੁਸੀਂ ਇਹ ਏਡੇ ਸਿਆਣੇ ਹੁੰਦੇ ਤੇ ਅਸੀਂ ਇਹਨਾਂ ਤੇ ਆ ਕੇ ਤੇ ਇੱਥੇ ਏਡੇ ਅੰਪਾਇਰ ਕਿਸ ਤਰ੍ਹਾਂ ਖੜੇ ਕਰ ਲੈਂਦੇ। ਉਹਨਾਂ ਦੇ ਦਿਲ ਦੇ ਵਿੱਚ ਨਾ ਮਿਹਨਤ ਕਰਨ ਦਾ ਜਿਹੜਾ ਨਾ ਉਹ ਬਹੁਤ ਘੱਟ ਹੈ। ਇਤਨੀ ਜ਼ਿਆਦਾ ਮਿਹਨਤ। ਹੁਣ ਮੈਂ ਤੁਹਾਨੂੰ ਦੱਸਿਆ ਕਿ ਮੈਂ ਖੁਦ ਆਇਆ ਵਾਂ, ਮੈਂ ਪਾਕਿਸਤਾਨ ਰਹਿ ਕੇ ਸ਼ਾਇਦ ਕਦੀ ਵੀ ਬੱਸਾਂ ਦੇ ਵਿੱਚ ਜਾ ਕੇ ਤੇ ਘੜੀਆਂ ਨਾ ਸੇਲ ਕਰਦਾ, ਕਦੇ ਵੀ ਹੋ ਸਕਦਾ। ਲੇਕਿਨ ਇੱਥੇ ਆਏ ਆ ਤੇ ਪਤਾ ਹੈ ਕਿ ਇੱਥੇ ਕੋਈ ਵੀ ਨਹੀਂ ਪਿਆ ਵੇਂਦਾ। ਮਿਹਨਤ ਕਰੋ ਯਾਰ, ਆਇਆ ਜਾਣ ਤੇ ਇਹ ਮਿਹਨਤ ਕਰਨਾ ਤੇ ਸਾਰਾ ਕੁਝ ਹੋਣਾ। ਔਰ ਅਲਹਮਦੁਲਿਲਾ ਸ਼ੁਰੂ ਕੀਤਾ, ਅੱਜ ਇੱਕ ਮੁਕਾਮ ਤੇ ਪਹੁੰਚੇ। ਬਿਲਕੁਲ ਠੀਕ ਹੈ। ਬਿਜ਼ਨਸ ਵਾਈਜ਼ ਸਰ, ਇੱਕ ਤੇ ਹੋ ਗਿਆ ਨਾ ਲੋਕਾਂ ਨੂੰ ਵੈਸੇ ਜਾਨ ਮਾਲ ਦਾ ਤਹਫੁਜ਼ ਨਹੀਂ ਗਾ, ਤੇ ਦੂਸਰਾ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਉਹਦੇ 'ਚ ਵੀ ਕੋਈ ਪ੍ਰੋਬਲਮਸ ਆ ਰਹੀਆਂ ਨੇ ਇਸ ਵਕਤ ਕਰੰਟ ਸਿਚੁਏਸ਼ਨ ਨੂੰ ਲੈ ਕੇ। ਬਿਜ਼ਨਸ ਨੋ ਡਾਊਟ ਕ੍ਰਾਈਸਿਸ ਸਾਰੀ ਦੁਨੀਆ ਦੇ ਉੱਤੇ ਚੱਲਦਾ ਪਿਆ। ਬਹੁਤ ਜ਼ਿਆਦਾ ਪਹਿਲੇ ਦੀ ਤਰ੍ਹਾਂ ਨਹੀਂ ਹੈ ਚੀਜ਼ਾਂ ਜਿਸ ਤਰ੍ਹਾਂ ਅੱਗੇ ਸਨ ਨਾ। ਬਹੁਤ ਚੀਜ਼ਾਂ ਟਫ ਨੇ। ਤੇ ਪਲੱਸ ਜਾਨ ਮਾਲ ਦਾ ਜਿਹੜਾ ਨਾ ਉਹ ਮੈਂ ਜ਼ਰੂਰ ਇੱਥੇ ਇੱਕ ਦੁਬਾਰਾ ਕੰਸਰਨ ਰੇਜ਼ ਕਰਾਂਗਾ ਕਿ ਜਿਹੜੇ ਨੇ ਨਾ ਸਾਡੇ ਪਾਕਿਸਤਾਨੀ ਸਪੈਸ਼ਲੀ, ਮੈਂ ਤਾਂ ਰਿਕੁਐਸਟ ਕਰਾਂਗਾ ਬੜੇ ਹੱਥ ਜੋੜ ਕੇ ਮੁਅੱਤਬਾਨਾ ਕਿ ਅਗਰ ਪਾਕਿਸਤਾਨੀ ਕੋਈ ਇਨਵੋਲਵ ਨੇ ਇਹਨਾਂ ਕਿਡਨੈਪਿੰਗ ਦੇ ਵਿੱਚ ਜਾਂ ਕੋਈ ਮਾਮਲਾ, ਤਾਂ ਕਿਉਂਕਿ ਮੋਸਟਲੀ ਪਿੱਛੇ ਪਤਾ ਚੱਲਦਾ ਜੀ ਫਲਾਣਾ ਬੰਦਾ ਕਿਡਨੈਪ ਹੋਇਆ, ਉਹਦੇ ਪਿੱਛੇ ਜੀ ਫਲਾਣਾ ਪਾਕਿਸਤਾਨੀ ਸੀ। ਮੈਂ ਉਹਦੇ ਅੱਗੇ ਹੱਥ ਜੋੜ ਕੇ ਮੁਅੱਤਬਾਨਾ ਗੁਜ਼ਾਰਿਸ਼ ਕਰਾਂਗਾ ਕਿ ਕੋਈ ਇੱਕ ਬੰਦਾ ਵੀ ਇਹਦੇ ਪਿੱਛੇ ਮੁਲਵਸ ਪਾਇਆ ਗਿਆ ਤੇ ਸਮਝ ਲਵੋ ਕਿ ਪੂਰੀ ਦੀ ਪੂਰੀ ਕਮਿਊਨਿਟੀ ਉਹਦੀ ਵਜ੍ਹਾ ਤੋਂ ਮੁਤਾਸਰ ਹੋਏਗੀ ਕਿ ਪਾਕਿਸਤਾਨੀ ਕਮਿਊਨਿਟੀ ਦਾ ਫਲਾਣਾ ਬੰਦਾ। ਇਹਦਾ ਮਤਲਬ ਕਿ ਸਾਰੀ ਪਾਕਿਸਤਾਨੀ ਕਮਿਊਨਿਟੀ ਕਹਿੰਦੀ ਹੈ। ਇਸ ਤੋਂ ਮੇਰੀ ਰਿਕੁਐਸਟ ਹੈ ਬੜੀ ਹੰਬਲ ਜਿਹੀ ਕਿ ਅਗਰ ਕੋਈ ਇਨਵੋਲਵ ਹੈ ਤੇ ਪਲੀਜ਼ ਇਸ ਚੀਜ਼ ਤੋਂ ਤੌਬਾ ਕਰੋ ਔਰ ਅੱਲਾਹ ਕੋ ਮਾਫੀ ਮੰਗੋ ਔਰ ਆਪਣੇ ਜਿਹੜੇ ਬਿਜ਼ਨਸ ਕਰਨ ਆਏ ਉਹ ਬਿਜ਼ਨਸ ਕਰੋ। ਅੱਲਾਹ ਤੇ ਹਰ ਸਭ। ਬਿਲਕੁਲ ਸਹੀ। ਅੱਛਾ ਵਿੱਕੀ ਭਾਈ, ਅਫਰੀਕਾ ਪੂਰੇ ਦੀ ਜਦੋਂ ਗੱਲ ਕੀਤੀ ਜਾਂਦੀ ਤੇ ਪਾਕਿਸਤਾਨ 'ਚ ਬਹੁਤ ਸ਼ਾਜ਼ੋ ਨਜ਼ਰ ਹੀ ਇਸ ਤਰ੍ਹਾਂ ਨਜ਼ਰ ਆਉਂਦਾ ਕਿ ਕੋਈ ਬੜੇ ਲੀਗਲ ਤਰੀਕੇ ਦੇ ਨਾਲ ਗਿਆ ਹੋਏ। ਜ਼ਿਆਦਾਤਰ ਜਿਹੜਾ ਨਾ ਉਹ ਡੰਕੀਆਂ ਲਾ ਕੇ ਜਾਂ ਕੋਈ ਵੀ ਪੁੱਠੇ ਸਿੱਧੇ ਤਰੀਕੇ ਇਸਤੇਮਾਲ ਕਰਕੇ ਉੱਥੇ ਪਹੁੰਚਦੇ ਨੇ। ਤੇ ਉਹਦੇ 'ਚ ਕੀ ਕਹਿਣਾ ਚਾਹੋਗੇ ਕਿ ਉਹਦੀ ਵਜ੍ਹਾ ਤੋਂ ਵੀ ਬਾਕੀ ਜਿਹੜੇ ਉੱਥੇ ਲੀਗਲ ਪ੍ਰੋਪਰ ਸੈਟਲਡ ਨੇ ਉਹਨਾਂ ਨੂੰ ਵੀ ਮੁਸ਼ਕਲਾਤ ਆ ਰਹੀਆਂ ਨੇ? ਦੇਖਿਏ ਜੀ, ਇਸ ਦੇ ਵਿੱਚ ਮੈਂ ਬਿਲਕੁਲ ਨਹੀਂ, ਇਹ ਸਾਊਥ ਅਫਰੀਕਾ ਪਹੁੰਚਣਾ ਹੈ ਬਿਲਕੁਲ ਈਜ਼ੀ ਰੂਟ ਨਹੀਂ ਹੈ। 5% ਸ਼ਾਇਦ ਬੰਦੇ ਐਸੇ ਆਏ ਹੁਣ ਜਿਹੜੇ ਲੀਗਲ ਆਉਂਦੇ ਨੇ, ਔਰ ਲੀਗਲ ਵੀ ਜਿਹੜੇ ਹੁੰਦੇ ਨੇ ਉਹ ਇਸ ਤਰ੍ਹਾਂ ਹੀ ਹੁੰਦੇ ਨੇ ਕਿ ਵਿਜ਼ਿਟ ਤੇ ਆਏ, ਆ ਕੇ ਤੇ ਇੱਥੇ ਹੀ ਆਪਣਾ ਹੋ ਕੇ ਸਾਲਮ ਵਗੈਰਾ ਲੈ ਲਿਆ। ਜਾਂ ਜ਼ਿਆਦਾਤਰ 95% ਬੰਦੇ ਇਲੀਗਲ ਹੀ ਹੁੰਦੇ ਨੇ, ਬਾਰਡਰ ਜਾਮ ਕਰਕੇ ਆਉਂਦੇ ਨੇ। ਅਸੀਂ ਵੀ ਇਸ ਤਰ੍ਹਾਂ ਹੀ ਆਏ ਸਾਂ। ਦੁਨੀਆ ਦੇ ਉੱਤੇ ਚੀਜ਼ਾਂ ਮੈਂ ਕਦੇ ਵੀ ਨਹੀਂ ਆਖਾਂਗਾ ਕਿ ਅੱਜ ਅਸੀਂ ਜੇ ਸਹੀ ਹੋ ਗਏ ਤੇ ਦੂਜੇ ਜਿਹੜੇ ਅੱਗੋਂ ਆ ਰਹੇ ਨੇ ਉਹ ਸਾਰੇ ਖਰਾਬ ਨੇ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮੈਂ ਨਾ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੁਆਇੰਟ ਤੋਂ ਸਟਾਰਟ ਲੈਣਾ ਪੈਂਦਾ ਹੈ। ਔਰ ਮੈਂ ਸਮਝਾਂਗਾ, ਬਲਕਿ ਰਿਕੁਐਸਟ ਕਰਾਂਗਾ ਕਿ ਇਹ ਜਿਹੜਾ ਬਾਰਡਰ ਜੰਪ ਕਰਕੇ ਆਉਣਾ ਜਾਂ ਇਸ ਤਰ੍ਹਾਂ ਕਰਕੇ ਇਹ ਕਦੇ ਵੀ ਰਸਤਾ ਨਾ ਅਪਣਾਉਣਾ, ਇਹਦੇ ਵਿੱਚ ਬੜਾ ਨੁਕਸਾਨ ਹੈ। ਪਹਿਲੇ ਚੀਜ਼ਾਂ ਈਜ਼ੀ ਸਨ, ਹੁਣ ਚੀਜ਼ਾਂ ਟਫ ਹੋ ਚੁੱਕੀਆਂ ਨੇ ਕਾਫੀ। ਪਿਛਲੇ 10 ਸਾਲ ਤੋਂ ਨਾ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਦਾ ਨਾਮ ਲੈ ਲਓ, ਸਾਰਿਆਂ ਨੇ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਲਾਅ ਨੇ ਬਹੁਤ ਸਖਤ ਕਰ ਦਿੱਤੇ ਨੇ। ਪਹਿਲੇ ਬੜੇ ਈਜ਼ੀ ਗੇਮ ਸੀ, ਯੂਰਪ 'ਚ ਵੀ, ਅਫਰੀਕਾ 'ਚ ਵੀ, ਇਵਨ ਮਿਡਲ ਈਸਟ ਦੇ ਵਿੱਚ ਵੀ। ਲੇਕਿਨ ਹੁਣ ਪਿਛਲੇ 10 ਸਾਲ ਤੋਂ ਚੀਜ਼ਾਂ ਬਹੁਤ ਡਿਫਰੈਂਟ ਹੋ ਚੁੱਕੀਆਂ ਨੇ। ਹੁਣ ਮੇਰਾ ਨਹੀਂ ਖਿਆਲ ਕਿ ਕੋਈ ਬੰਦਾ ਅਗਰ ਇਸ ਰੂਟ ਤੋਂ ਜਾਂਦਾ ਹੈ ਔਰ ਉਹ ਬੜੀ ਕੁਇਕਲੀ 2-4-5 ਸਾਲ ਦੇ ਸੈਟਲ ਹੋ ਸਕਦਾ ਹੈ। ਜਦੋਂ ਤੱਕ ਉਹਨੇ ਸੈਟਲ ਹੋਣਾ ਉਦੋਂ ਤੱਕ ਵੈਸੇ ਹੀ ਬੰਦਿਆਂ ਦਾ ਜਿਹੜਾ ਗੋਡੇ ਗਿੱਟੇ ਜਵਾਬ ਦੇ ਜਾਂਦੇ ਨੇ। ਐਗਜ਼ੈਕਟਲੀ। ਇਸ ਤਰ੍ਹਾਂ ਇਹ ਚੀਜ਼ਾਂ ਅੱਗੇ ਤਰ੍ਹਾਂ ਨਹੀਂ ਰਹੀਆਂ, ਕਾਫੀ ਚੀਜ਼ਾਂ ਟਫ ਹੋ ਚੁੱਕੀਆਂ ਨੇ।
ਬਸ ਮੈਂ ਹੀ ਆਨਾ ਵਾ ਕਿ ਜੇ ਕੋਈ ਆਪਣਾ ਰੂਟ, ਮੈਂ ਕੱਲ ਵੀ ਇੱਕ ਬਹੁਤ ਵੀਡੀਓ ਬਣਾ ਕੇ ਪੈਗਾਮ ਦਿੱਤਾ ਸੀ, ਅਗਰ ਤੁਸੀਂ ਟਰੈਵਲ ਕਰਦੇ ਹੋ ਬਾਹਰ ਆਪਣੀ ਫੈਮਿਲੀ ਦੇ ਨਾਲ, ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਵੀਜ਼ਾ ਕਿਹੜਾ ਹੈ, ਤੁਸੀਂ ਉਹਦੇ ਤੇ ਜਾ ਕੇ ਕੰਮ ਕਰ ਸਕਦੇ ਹੋ, ਨਹੀਂ ਕਰ ਸਕਦੇ, ਜਾ ਕੇ ਕਿਸ ਤਰ੍ਹਾਂ ਦੀ ਤੁਸੀਂ ਜ਼ਿੰਦਗੀ ਗੁਜ਼ਾਰ ਸਕਦੇ ਹੋ। ਅਗਰ ਤੁਹਾਡਾ ਫੈਮਿਲੀ ਦਾ ਵੀਜ਼ਾ ਲੱਗਾ ਵੀ ਹੈ ਤੇ ਤੁਸੀਂ ਸਿੰਗਲ ਪਰਸਨ ਜਾਓ, ਜਾ ਕੇ ਵੇਖੋ ਸਹੀ ਚੀਜ਼ਾਂ ਕਿਸ ਤਰ੍ਹਾਂ ਦੀਆਂ ਹੈ ਨੇ, 6 ਮਹੀਨੇ ਬਾਅਦ ਆ ਕੇ ਤੇ ਆਪਣੇ ਫੈਮਿਲੀ ਨੂੰ ਬੁਲਾ ਲਓ, ਸਾਰੇ ਮਾਮਲਾਤ ਕਰ ਲਓ, ਬਿਲਕੁਲ ਤੇ ਕਦੇ ਵੀ ਉਹਨਾਂ ਨੂੰ ਵੀ ਲਿਆ ਕੇ ਤੇ ਖੱਜਲ ਖਰਾਬ ਨਾ ਕਰੋ। ਬਿਲਕੁਲ ਐਸੇ ਤੇ। ਅੱਛਾ ਵਿੱਕੀ ਭਾਈ, ਅੱਜ ਅਗਰ ਕੋਈ ਬੱਚਾ, ਕੋਈ ਯੰਗ ਨੌਜਵਾਨ ਬੱਚਾ ਆਪਣੇ 25-26 ਸਾਲ 27 ਸਾਲ ਦੇ ਵਿੱਚ ਅਗਰ ਕੋਈ ਅਫਰੀਕਾ ਦੀ ਕਿਸੇ ਵੀ ਕੰਟਰੀ 'ਚ ਆਉਣਾ ਚਾਹੇ, ਕੀ ਸੁਜੈਸ਼ਨ ਦਿਓਗੇ? ਆਉਣਾ ਚਾਹੀਦਾ ਹੈ? ਇਜ਼ ਇਟ ਅ ਰਾਈਟ ਪਲੇਸ ਜਾਂ ਲੇਟ ਹੋ ਚੁੱਕੇ ਨੇ ਹੁਣ? ਜੀ ਬਿਲਕੁਲ ਰਾਈਟ ਪਲੇਸ ਤੇ ਨੋ ਡਾਊਟ ਹੈ, ਲੇਕਿਨ ਗੱਲ ਇਹ ਵੀ ਹਕੀਕਤ ਇਹ ਹੈ ਕਿ ਹੁਣ ਚੀਜ਼ਾਂ ਜਿਹੜੀਆਂ ਨੇ ਨਾ ਕਾਫੀ, ਅਸੀਂ ਆਪ ਆਨੇ ਆ ਕਿ ਮੈਂ, ਮੇਰੇ ਬੜੇ ਦੋਸਤ ਨੇ ਰਿਜ਼ਵਾਨ ਪੁੱਟਰ ਸਾਹਿਬ, ਤੇ ਉਹਨਾਂ ਨਾਲ ਅਕਸਰ ਜ਼ਿਕਰ ਹੁੰਦਾ ਉਹ ਆਂਦੇ ਨੇ ਚੀਮਾ ਸਾਹਿਬ ਇਟਸ ਟੂ ਲੇਟ ਨਾਓ, A1 ਐਕਸੈਸਿਸ ਵਾਲੇ ਉਹ ਆਂਦੇ ਨੇ ਚੀਮਾ ਸਾਹਿਬ ਹੁਣ ਜਿੰਨੀ ਜਲਦੀ ਹੋ ਸਕਦਾ ਹੈ ਚੁੱਪ ਕਰਕੇ ਲਿਤਰੀਆਂ ਉਹ ਆਂਦੇ ਨੇ ਇੱਥੇ ਪਾ ਲਓ, ਇੱਥੇ ਪਤਾ ਅਕਸਰ ਨਸਣ ਵਾਸਤੇ ਨਾ ਇੱਥੇ ਪੌਲੇ ਇੱਥੇ ਪਾ ਜਾਂਦੇ ਨੇ, ਇੱਥੇ ਪਾ ਲਓ ਤੇ ਨਸੋ ਪਿਛਾਂ ਨੂੰ, ਅੱਲਾ ਦੀ ਸਪੁਰਦ ਜਿਹੜਾ ਨਾ, ਚੀਜ਼ਾਂ ਕਾਫੀ ਚੇਂਜ ਹੋ ਚੁੱਕੀਆਂ ਨੇ, ਵਕਤ ਖਤਮ ਹੋ ਚੁੱਕਿਆ, ਅਫਰੀਕਾ ਦਾ ਚੀਜ਼ਾਂ ਚੇਂਜ ਹੋ ਚੁੱਕੀਆਂ। ਤੇ ਅੱਜ ਅਗਰ ਚੀਮਾ ਸਾਹਿਬ ਨੂੰ ਮੌਕਾ ਮਿਲੇ ਪਾਕਿਸਤਾਨ ਆਉਣ ਦਾ, ਜਾਂ ਕੋਈ ਇਰਾਦਾ ਰੱਖਦੇ ਹੋ ਕਿ ਬਸ ਬੜੀ ਹੋ ਗਈ ਯਾਰ, 16-17 ਸਾਲ ਬੜੀ ਮਿਹਨਤ ਕਰ ਲਿੱਤੀ, ਹੁਣ ਅੱਲਾ ਨੇ ਨਾਮ ਵੀ ਦੇ ਦਿੱਤਾ ਹੈ, ਇੱਜ਼ਤ ਸ਼ੋਹਰਤ ਸਾਰਾ ਕੁਝ ਹੈ, ਤੇ ਹੁਣ ਪਿੱਛੇ ਜਾ ਕੇ ਇੰਜੋਏ ਕਰੀਏ? ਦੇਖੋ ਜੀ, ਮੇਰੀ ਕੋਸ਼ਿਸ਼ ਤੇ ਇਹ ਹੀ ਹੈ ਅਤਲ ਮਕਾਨ ਕਿ ਅਸੀਂ ਅਗਰ ਇੱਥੇ ਚੀਜ਼ਾਂ ਮਜ਼ੀਦ ਸਮੂਥ ਹੋ ਜਾਂਦੇ, ਕਦੇ ਵੀ ਇੱਥੋਂ ਵਾਈਂਡ ਅਪ ਕਰਕੇ ਵੀ ਅਸੀਂ ਪਾਕਿਸਤਾਨ ਵੀ ਆਪਣੀ ਅਲਹਮਦੁਲਿਲਾ ਵੇਖੋ 3-4 ਮਹੀਨੇ ਪਾਕਿਸਤਾਨ ਸਾਲ ਦੇ ਵਿੱਚ ਗੁਜ਼ਾਰੀਦੇ ਨੇ, ਬਾਕੀ 7-8 ਮਹੀਨੇ ਇੱਥੇ ਗੁਜ਼ਾਰੀਦੇ ਨੇ, ਇਸ ਤੋਂ ਵੱਡੀ ਕਿਹੜੀ ਨਿਮਤ ਹੋ ਸਕਦੀ ਹੈ? ਅਲਹਮਦੁਲਿਲਾ ਅਸੀਂ ਆਲਰੇਡੀ ਉੱਥੇ ਵੀ ਜੇ ਤੇ ਇੱਥੇ ਵੀ ਜੇ, ਤੇ ਬੱਚੇ ਅਲਹਮਦੁਲਿਲਾ ਬੜੇ ਅੱਛੇ ਮਾਹੌਲ ਦੇ ਵਿੱਚ ਪਰਵਰਿਸ਼ ਕਰ ਰਹੇ ਨੇ, ਚੀਜ਼ਾਂ ਸਾਰੀਆਂ ਸਮੂਥ ਚੱਲ ਰਹੀਆਂ ਨੇ, ਅਲਹਮਦੁਲਿਲਾ ਵੀ ਆਰ ਫੁਲੀ ਸੈਟੀਸਫਾਈਡ। ਅੱਛਾ, ਬੱਚਿਆਂ ਦੀ ਗੱਲ ਕੀਤੀ ਤੁਸੀਂ ਸਰ, ਦੇਖੋ ਆਪਣਾ ਤੇ ਗੁਜ਼ਾਰਾ ਹੋ ਹੀ ਜਾਂਦਾ, ਉਹ ਕਹਿੰਦੇ ਰੋ ਰੂ ਕੇ ਜਿਵੇਂ ਕਿਵੇਂ ਲੰਘ ਹੀ ਜਾਂਦੀ ਹੈ, ਅਸਲ ਤੇ ਸਾਰੀ ਜਿਹੜੀ ਜਿੱਦੋ ਜਹਿਦ ਹੈ ਉਹ ਬੱਚਿਆਂ ਵਾਸਤੇ ਵੇ ਨਾ ਸਰ। ਬੱਚਿਆਂ ਦਾ ਕੀ ਉੱਥੇ ਦਾ ਪਰਵਰਿਸ਼ ਦਾ ਤਰੀਕੇਕਾਰ ਹੈ? ਉਹ ਪਾਕਿਸਤਾਨ ਆਉਂਦੇ ਨੇ ਰੈਗੂਲਰ, ਤੁਸੀਂ ਲੈ ਕੇ ਵੀ ਆਉਂਦੇ ਹੋ, ਐਡਜਸਟ ਹੁੰਦੇ ਨੇ ਇੱਥੇ ਆ ਕੇ, ਜਾਂ ਉਹਨਾਂ ਨੂੰ ਲੱਗਦਾ ਨਹੀਂ ਉੱਥੇ ਦਾ ਮਾਹੌਲ ਜ਼ਿਆਦਾ ਬਿਹਤਰ ਹੈ? ਨਹੀਂ ਜੀ, ਮੇਰੇ ਬੱਚੇ ਬੜੇ ਐਡਜਸਟੇਬਲ ਨੇ ਅਲਹਮਦੁਲਿਲਾ, ਜਨਾਬੀ ਅਲੀ, ਜਿੱਥੇ ਪਾਕਿਸਤਾਨ ਜਾਂਦੇ ਨੇ ਤਾਂ ਉੱਥੇ ਐਡਜਸਟ ਹੋ ਜਾਂਦੇ ਨੇ, ਇੱਥੇ ਹੁੰਦੇ ਨੇ ਤੇ ਇੱਥੇ ਵੀ ਐਡਜਸਟ ਹੋ ਜਾਂਦੇ ਨੇ ਅਲਹਮਦੁਲਿਲਾ। ਠੀਕ ਹੋ ਗਿਆ। ਅੱਛਾ ਸਰ, ਲਾਸਟ ਹੁਣ ਜਿਹੜਾ ਨਾ, ਇਸ ਤੋਂ ਪਹਿਲੇ ਅਸੀਂ ਵਾਈਂਡ ਅਪ ਕਰੀਏ ਕਿਉਂਕਿ ਆਨਲਾਈਨ ਸੈਸ਼ਨ ਹੈ ਤੇ ਮੈਨੂੰ ਜ਼ਿਆਦਾ ਪ੍ਰੋਲੋਂਗ ਨਹੀਂ ਕਰਾਂਗਾ, ਦੁਬਾਰਾ ਕੰਟੈਂਟ ਕਿਉਂਕਿ ਮੇਰੇ ਮਜ਼ੀਦ ਗੈਸਟ ਵੀ ਆ ਚੁੱਕੇ ਨੇ ਬਾਹਰ, ਤੇ ਸਰ ਮੈਨੂੰ ਆਵਾਜ਼ ਆ ਗਈ ਹੈ ਪਿੱਛੋਂ, ਇਸ਼ਾਰੇ ਕਰ ਰਹੇ ਨੇ, ਮੈਨੂੰ ਆਵਾਜ਼ ਆਈ ਹੈ ਪਿੱਛੋਂ, ਐਸੇ ਤਾਂ ਇਹਨੂੰ ਜਿਹੜਾ ਨਾ ਕੁਇਕਲੀ ਬਸ ਵਾਈਂਡ ਅਪ ਕਰਨੇ ਆ 1-2 ਮਿੰਟ 'ਚ। ਸਰ ਕੰਟੈਂਟ ਦੀ ਦੁਬਾਰਾ ਗੱਲ ਕਰੀਏ ਤੇ ਜ਼ਾਹਿਰ ਹੈ ਅੱਲਾ ਨੇ ਬੜਾ ਫੇਮ ਦਿੱਤਾ ਹੈ, ਲੇਕਿਨ ਅਗਰ ਤੁਹਾਨੂੰ ਕੰਪੇਅਰ ਕੀਤਾ ਜਾਏ ਉਹਨਾਂ ਫੈਮਿਲੀ ਵਲੌਗਰ ਦੇ ਨਾਲ ਜਿਨ੍ਹਾਂ ਦੇ ਮਿਲੀਅਨਸ ਐਂਡ ਮਿਲੀਅਨਸ ਵਿੱਚ ਹਰ ਵੀਡੀਓ ਦੇ ਵਿਊ ਆਉਂਦੇ ਨੇ, ਤੇ ਸਰ ਕੋਈ ਦਿਲ ਚ ਆਂਦਾ ਕਿ ਯਾਰ ਚਲੋ ਹਲਕੀ ਫੁਲਕੀ ਅਸੀਂ ਵੀ ਕੋਈ ਦੀ ਸ਼ਰਾਰਤ ਕਰ ਲਈ ਹੈ, ਜਾਂ ਜਿਸ ਡਗਰ ਤੇ ਚੱਲ ਰਹੇ ਹੋ ਬਸ ਅਲਹਮਦੁਲਿਲਾ ਠੀਕ ਹੀ ਹੈ? ਮਨੀਰ ਭਾਈ, ਬੜੀ ਮੈਂ ਨਾ ਇੱਕ ਹੀ ਗੱਲ ਕਰਕੇ ਵਾਈਂਡ ਅਪ ਕਰਾਂਗਾ। ਮੈਂ ਜਦੋਂ ਸਟਾਰਟਅਪ ਕੀਤਾ ਨਾ, ਮੇਰੇ ਇੰਡੀਆ ਤੋਂ ਬੜੇ ਜੇ ਫੈਨਸ ਨੇ ਅਲਹਮਦੁਲਿਲਾ, ਬਹੁਤ ਜ਼ਿਆਦਾ ਫੈਨ ਫਾਲੋਇੰਗ, ਚੜ੍ਹਦੇ ਪੰਜਾਬ ਤੋਂ, ਪਾਕਿਸਤਾਨ ਦੇ ਉੱਤੇ ਬੜੇ ਬੜੇ ਐਡਵਾਂਸ ਲੋਕ ਵੀ ਨੇ ਅਲਹਮਦੁਲਿਲਾ, ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਨੇ ਜਿਹੜੇ ਸਾਡੀ ਫੈਨ ਫਾਲੋਇੰਗ ਦੇ ਵਿੱਚ ਨੇ, ਔਰ ਬੜੇ ਰਿਕੁਐਸਟ ਕੀਤੀ ਬੜੀ ਮੁਹੱਬਤਾਨਾ ਜੀ ਕਿ ਵਿੱਕੀ ਭਾਈ ਸਾਰੀ ਫੈਮਿਲੀ ਆ ਰਹੀ ਹੈ ਤੇ ਤੁਸੀਂ ਆਪਣੀ ਜਿਹੜੀ ਯੰਗ ਖਵਾਤੀਨ ਨੇ ਤੁਸੀਂ ਉਹਨਾਂ ਨੂੰ ਵੀ ਲੈ ਕੇ ਆਇਆ ਕਰੋ, ਆਪਣੀ ਮਿਸਿਸ ਨੂੰ ਵੀ ਲਿਆਇਆ ਕਰੋ, ਤੁਹਾਡੇ ਘਰ ਦੇ ਵਿੱਚ ਕੋਈ ਅਗਰ ਗੈਸਟ ਆਉਂਦੇ ਨੇ ਕੋਈ ਯੰਗ ਲੇਡੀਜ਼ ਦੇ, ਤੁਸੀਂ ਉਹਨਾਂ ਨੂੰ ਵੀ ਵਲੌਗ ਦੇ ਵਿੱਚ ਸ਼ਾਮਿਲ ਕੀਤਾ ਕਰੋ। ਮੈਂ ਉਦੋਂ ਵੀ ਇੱਕ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਸਪੈਸੀਫਿਕਲੀ, ਮੈਂ ਕਿਹਾ ਸੀ ਕਿ ਮੇਰਾ ਇੱਕ ਫਾਲੋਅਰਸ ਵੀ ਨਾ ਰਹਿ ਜੇ, ਇੱਕ ਵਿਊਜ਼ ਵੀ ਨਾ ਰਹਿ ਜੇ, ਮੈਂ ਇਹ ਨਹੀਂ ਕਰਨਾ। ਮੈਂ ਜੋ ਕੁਝ ਕਰ ਰਿਹਾ ਨਾ, ਮੈਂ ਇੱਕ ਮੋਟੀਵੇਸ਼ਨ ਵਾਸਤੇ ਕਰ ਰਿਹਾ, ਲੋਕਾਂ ਨੂੰ ਸਬਕ ਦੇ ਰਿਹਾ। ਅੰਮਾ ਜੀ ਨੂੰ ਵੀ ਮੈਂ ਇਸ ਤੋਂ ਸ਼ਾਮਿਲ ਕੀਤਾ ਹੈ ਕਿ ਸਿਰਫ ਔਰ ਸਿਰਫ ਕਿਸੇ ਇੱਕ ਨੇ ਤੇ ਆ ਕੇ ਸਬਕ ਦੇਣਾ ਸੀ ਨਾ ਕਿ ਆਪਣੇ ਪੇਰੈਂਟਸ ਦੀ ਖਿਦਮਤ, ਔਰ ਬਿਲੀਵ ਮੀ ਮੈਂ ਨਾ ਸਾਹਿਬ ਕਿਸੇ ਇੱਕ ਨੂੰ ਮੇਰੇ ਵਜ੍ਹਾ ਤੋਂ ਰਾਹ ਰਾਸਤੇ ਆ ਗਿਆ ਨਾ, ਸਮਝਾਂਗਾ ਮੈਂ ਆਪਣੇ ਆਪ ਨੂੰ ਸਕਸੈਸਫੁਲ ਹਾਂ, ਲੇਕਿਨ ਮੇਰੀ ਵਜ੍ਹਾ ਤੋਂ ਇੱਕ ਨਹੀਂ, ਕਈ ਹਜ਼ਾਰਾਂ ਲੱਖਾਂ ਲੋਕ ਰਾਏ ਰਾਸਤੇ ਆਏ ਨੇ ਅਲਹਮਦੁਲਿਲਾ, ਔਰ ਮੈਨੂੰ ਇਸ ਚੀਜ਼ ਤੇ ਫਖਰ ਹੈ। ਆਪਣੇ ਵਾਲਦੈਨ ਦੀ ਖਿਦਮਤ ਕਰ ਰਹੇ ਨੇ, ਆਪਣੇ ਵਾਲਦੈਨ ਉਹਨਾਂ ਨੇ ਆਪਣੇ ਕੋਲ ਬੁਲਾ ਲਿਆ, ਇਸ ਤੋਂ ਵੱਡੀ ਗੱਲ ਕਿਹੜੀ ਹੁੰਦੀ ਹੈ ਜੀ? ਅਲਹਮਦੁਲਿਲਾ ਜੀ। ਅੱਛਾ, ਯਾਸਿਰ ਸਾਹਿਬ ਜਿਹੜੇ ਤੁਹਾਡੇ ਛੋਟੇ ਭਾਈ ਨੇ, ਇਹਨਾਂ ਦਾ ਵਾਕਈ ਦਿਲੋਂ ਇਰਾਦਾ ਹੈ ਦੂਸਰੇ ਵਿਆਹ ਕਰਨ ਦਾ, ਜਾਂ ਬਸ ਉਹ ਸਿਰਫ ਵਲੌਗ ਦੀ ਹੱਦ ਤੱਕ ਹੀ ਉਹ? ਅਗਰ ਤੁਸੀਂ ਇਜਾਜ਼ਤ ਦਿਓ ਤੇ 1 ਸੈਕਿੰਡ ਵਾਸਤੇ ਮੈਂ ਯਾਸਰ ਨੂੰ ਆਪਣੇ ਕੋਲ ਬਿਠਾ ਸਕਣਾ ਇੱਥੇ 1 ਮਿੰਟ ਦੇ ਵਿੱਚ। ਜ਼ਰੂਰ ਬਿਠਾਓ ਸਰ, ਜ਼ਰੂਰ ਬਿਠਾਓ। ਤੇ ਮਜ਼ੇ ਦੀ ਗੱਲ ਇਹ ਹੈ ਕਿ ਯਾਸਰ ਕੰਮ ਹੈ, ਸਿਟ ਵਿਦ ਲੈ ਜਨਾਬ ਅਲੀ, ਯਾਸਰ ਇਜ਼ ਇਨ ਦ ਹਾਊਸ। अस्सलाम वालेकुम जी, यासिर साहब क्या हाल है? ठीक ठाक है? वालेकुम सलाम सर, सुनाई क्या हाल है? ठीक अल्लाह का शुक्र, ठीक ठाक। सर इन्ने शर्मीले तुसी है नहीं जिन्ने बड़े होए हो वैसे। ਐਗਜ਼ੈਕਟਲੀ, ਇਹ ਸ਼ਰਮੀਲਾ ਹੈ ਨਹੀਂ। ਲੋਕ ਅਕਸਰ ਮੈਨੂੰ ਆਂਦੇ ਨੇ ਕਿ ਵਾਕਈ ਇੰਜ ਦਾ ਹੈ,
ਉਹ ਮੈਂ ਨਾ ਨਹੀਂ ਇਹ ਨਹੀਂ ਮੈਨੂੰ ਵੈਸੇ ਚੀਮਾ ਕਿਸੇ ਕੁੜੀ ਨਾਲ ਗੱਲ ਕਰਦਾ ਵਾ, ਬਾਕੀ ਤੁਸੀਂ ਭਰਾਓ ਆਪਣੇ ਤੇ ਟੈਨਸ਼ਨ ਕੋਈ ਨਹੀਂ, ਪੂਰਾ ਦਿਨ ਲੱਗੇ ਰਹੋ ਜਨਾਬ। ਚੀਮਾ ਸਾਹਿਬ ਆਪਸ ਦੀ ਗੱਲ ਦੱਸਾਂ, ਤੁਹਾਡੇ ਜਿੰਨੇ ਕਰੈਕਟਰ ਨੇ ਨਾ ਉਹ ਸਾਰੇ ਤੁਸੀਂ ਹੈਗੇ ਹੋ ਨਕਲੀ ਕਰੈਕਟਰ, ਅਸਲੀ ਐਕਟਰ ਜਿਹੜੇ ਨਾ ਭਾਜਨ ਹੈਗੇ ਨੇ, ਠੀਕ ਹੈ, ਪੂਰੇ ਰੋਲ ਦੇ ਵਿੱਚ ਆ ਕੇ ਕਰੈਕਟਰ ਦੇ ਵਿੱਚ ਡੁੱਬ ਕੇ ਕੰਮ ਕਰਦੇ ਨੇ ਭਾਜਨ। ਮੈਂ ਨਾ ਮਜ਼ੇ ਦੀ ਗੱਲ ਤੁਹਾਨੂੰ ਦੱਸੀ ਹੈ ਮਨੀਰ ਭਾਈ, ਇੱਕ ਦਿਨ ਨਾ ਇਹਨੇ ਨਾ ਮੋਬ ਜਿਹਾ ਫੜਿਆ ਤੇ ਮੈਂ ਉੱਤੇ ਚਲਾ ਗਿਆ ਨਾ, ਇਹਨੇ ਆਖਿਆ ਯਾਰ ਉਹ ਮੈਂ ਬਾਹਰ ਰੱਖਣ ਆਇਆ ਸਾਂ, ਤੇ ਮੈਂ ਨਹੀਂ ਤੂੰ ਇਹਨੂੰ ਫੜ ਕੇ ਨਿਚੋੜ। ਆਂਦਾ ਕਿਉਂ? ਮੈਂ ਕਿਹਾ ਤੂੰ ਨਿਚੋੜ ਯਾਰ, ਮੈਂ ਇੱਕ ਛੋਟੀ ਜਿਹੀ ਵੀਡੀਓ ਬਣਾਣੀ ਹੈ। ਆਂਦਾ ਤੇਰੀ ਮਿਹਰਬਾਨੀ, ਲੋਕ ਅੱਗੇ ਹੀ ਮੈਨੂੰ ਇਸ ਤਰ੍ਹਾਂ ਆਂਦੇ ਨੇ। ਮੈਂ ਕਿਹਾ ਵੇ ਜਾਨ ਰੈਂਬੋ ਕਿਹਦੇ ਤੋਂ ਮਸ਼ਹੂਰ ਸੀ? ਆਂਦਾ ਕਿਹਦੇ ਤੋਂ? ਮੈਂ ਵੈਪਰ ਤੋਂ। ਉਹ ਦੇਖੀ ਮੈਂ ਵੀਡੀਓ ਬਿਲਕੁਲ ਜਿਹੜੀ ਹੈ ਨਾ। ਮੈਂ ਕਿਹਾ ਜਾਨ ਵੈਪਰ ਤੋਂ ਮਸ਼ਹੂਰ ਸੀ, ਤੂੰ ਮੌਬ ਤੋਂ ਮਸ਼ਹੂਰ ਹੋਏਗਾ। ਔਰ ਹਕੀਕਤ ਇਹ ਜਿਹੜਾ ਨਾ ਇਹਦੀ ਫੇਮ ਜਿਹੜੀ ਹੈ ਨਾ ਇਹਦੀ ਓਰੀਜਨਲ ਹੈ, ਬੀਇੰਗ ਔਨੈਸਟ। ਜਿਸ ਤਰ੍ਹਾਂ ਅੰਮਾ ਜੀ ਦੇ ਜੈਨੂਇਨ ਫਾਲੋਅਰਸ ਨੇ ਨਾ, ਇਸ ਤਰ੍ਹਾਂ ਮੇਰੇ ਵੀ ਉਹਨੇ ਜੈਨੂਇਨ ਨਹੀਂ ਹੈ ਜਿਤਨੇ ਕਿ ਯਾਸਰ ਦੇ ਜੈਨੂਇਨ ਫਾਲੋਅਰਸ। ਹੁਣ ਮੇਰਾ ਖਿਆਲ ਹੈ ਯਾਸਰ ਸਾਹਿਬ ਦਾ ਜਿਹੜਾ ਅਸਲੀ ਮਿਸ਼ਨ ਹੈ ਨਾ, ਉਹ ਦੂਜੇ ਵਿਆਹ ਤੇ ਬਹੁਤ ਫੋਕਸ ਕੀਤਾ ਹੈ। ਹਰ ਦੂਜੀ ਵੀਡੀਓ ਦੇ ਵਿੱਚ ਤੁਹਾਨੂੰ ਧਮਕੀ ਲਾ ਦਿੰਦੇ ਨੇ, ਠੀਕ ਹੈ। ਤੇ ਯਾਸਰ ਸਾਹਿਬ ਇਹ ਵਾਕਈ ਇਹ ਦਿਲੋਂ ਧਮਕੀ ਲਾਉਂਦੇ ਹੋ ਜਾਂ ਬਸ ਸਿਰਫ ਵਲੌਗ ਵਾਸਤੇ? ਨਹੀਂ ਡਰਦੇ ਹੋ? ਨਹੀਂ ਸਿਰਫ ਵਲੌਗ ਚ ਕੋਈ ਸ਼ੁਗਲ ਮੇਲਾ ਹੋ ਜਾਂਦਾ। ਅੱਲਾ ਲਾ ਵਿਆਹ ਤੇ ਅਸਤਗਫਿਰੁੱਲਾ ਵਲਾ ਹੌਲਾ ਵਲਾ ਸੋਚਣਾ ਵੀ ਨਾ ਜਨਾਬ। ਉਹ ਕਹਿੰਦੇ ਨੇ ਨਾ ਅੱਛੇ ਲੋਕ ਇੱਕੋ ਵਾਰੀ ਮਰਦੇ ਨੇ ਤੇ ਇੱਕੋ ਵਾਰੀ ਜਿੰਦੇ ਨੇ, ਠੀਕ ਹੈ। ਇਹ ਜੇ ਹੁਣ ਭਰਜਾਈ ਸਾਡੀ ਨੇ ਸੁਣ ਲਿੱਤਾ ਤੇ ਫੇਰ ਮੈਨੂੰ ਲੱਗਦਾ ਬਾਹਰ ਹੀ ਬੈਠੀ ਭਰਜਾਈ, ਤਾਂ ਹੀ ਲੱਗਿਆ ਗੱਲ ਕਰਨੇ। ਚਲੋ ਜੀ, ਖੁਸ਼ ਰਹੋ ਜੀ, ਖੁਸ਼। ਚੀਮਾ ਸਾਹਿਬ ਆਖਰੀ ਸਵਾਲ ਤੁਹਾਡੇ ਕੋਲੋਂ ਸਰ, ਹੈ ਤੇ ਜ਼ਾਤੀ ਨੋਇਤ ਹੈ, ਲੇਕਿਨ ਚਲੋ ਕਿਉਂਕਿ ਇਹ ਸਵਾਲ ਪੁੱਛੇ ਬਗੈਰ ਪੋਡਕਾਸਟ ਮੁਕੰਮਲ ਨਹੀਂ ਹੋਣੀ, ਕਿਉਂਕਿ ਲੋਕਾਂ ਦੀ ਬੜੀ ਉਹ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਰਿਜ਼ਰਵੇਸ਼ਨ, ਕਿ ਜਨਾਬ ਚੀਮਾ ਸਾਹਿਬ ਦਾ ਕਾਰੋਬਾਰ ਇੱਕ ਸਾਈਡ ਤੇ, ਲੇਕਿਨ ਜਿਹੜਾ ਚੀਮਾ ਸਾਹਿਬ ਇੱਥੋਂ ਡਾਲਰ ਛਾਪ ਰਹੇ ਨੇ ਨਾ, ਉਹਦਾ ਕੋਈ ਮੁਕਾਬਲਾ ਨਹੀਂ। ਤੇ ਫਿਰ ਇਹ ਵੀ ਦੱਸ ਦਿਓ ਕਿੰਨੇ ਕੁ ਡਾਲਰ ਆ ਰਹੇ ਨੇ? ਇਹ ਬੜਾ ਨਾ ਕਾਮਨ ਸਵਾਲ ਹੁੰਦਾ ਹੈ। ਮੈਂ ਜਿਸ ਪੋਡਕਾਸਟ ਤੇ ਵੀ ਗਿਆ ਹਾਂ, 50 ਕੋ ਪੋਡਕਾਸਟ ਕਰ ਬੈਠਾ ਜਿਹਦੇ ਵਿੱਚ ਮੈਨੂੰ ਸਵਾਲ ਹੁੰਦਾ ਹੈ। ਔਰ ਯਕੀਨ ਕਰੋ ਪਹਿਲੇ ਨੰਬਰ ਤੇ ਇੱਕ ਸਾਨੂੰ 1.5 ਸਾਲ 2 ਸਾਲ ਹੋਇਆ ਵਾਇਰਲ ਹੋਇਆ ਨੂੰ। ਪਹਿਲਾ ਸਾਲ ਡੇਢ ਤੇ ਸਾਨੂੰ ਪਤਾ ਨਹੀਂ ਲੱਗਾ ਕਿ ਮੋਨੇਟਾਈਜੇਸ਼ਨਾਂ ਵੀ ਹੁੰਦੀਆਂ ਨੇ, ਸਾਰਾ ਕੁਝ, ਕਿਉਂਕਿ ਭੋਲੇ ਲੋਕ ਸੀ। ਫਿਰ ਸਾਡੇ ਅਕਾਊਂਟ ਮੋਨੇਟਾਈਜ਼ ਹੋਏ ਨੇ, ਲੇਕਿਨ ਮੋਨੇਟਾਈਜ਼ ਦੇ ਵਿੱਚ ਪਤਾ ਨਹੀਂ RPM ਕਿਹੜਾ ਯੂਜ਼ ਹੋ ਰਿਹਾ ਸਾਡਾ। ਮੈਂ 10 ਮਿਲੀਅਨ ਵਿਊਜ਼ ਦੀ ਵੀਡੀਓ ਨਾ ਮੇਰੇ ਨੇ ਨਾ ਜ਼ਿਸ਼ਾਨ ਸਾਹਿਬ ਨੇ ਸਮਾਂ ਦਿੱਤੇ ਹੁੰਦੇ, ਉਹਨਾਂ ਨੇ ਨਾ ਇੱਕ ਵੀਡੀਓ ਮੇਰੀ ਕਾਸ਼ਾ ਗੋਲ ਦੇ ਨਾਲ ਸੀ ਬਣੀ, ਉਹਦੇ ਉੱਤੇ ਉਹਨੇ ਮਾਏ ਨਹੀਂ ਮੈਂ ਤੈਨੂੰ ਕਿਹਨੂੰ ਆਖਾਂ, ਇੱਕ ਉਹ ਬੜੀ ਉਹਨੇ ਬੋਲੀ ਸੀ। ਅੱਛਾ, ਉਹਦੇ ਉੱਤੇ ਵਿਊ ਮੇਰੇ 10 12 14 ਮਿਲੀਅਨ ਆਏ। ਤੇ ਮੈਨੂੰ ਅਗਲੇ ਦਿਨ ਨਾਲ ਪ੍ਰੋਗਰਾਮ ਸੀ ਤੇ ਆ ਕੇ ਆਂਦੇ ਨੇ ਚੀਮਾ ਸਾਹਿਬ ਤੁਹਾਡੀ ਤੋਂ ਉਸ ਵੀਡੀਓ ਨੇ ਪਤਾ ਨਹੀਂ ਕਿੰਨੇ ਕੁ ਜਿਹੜਾ ਨਾ ਹਜ਼ਾਰਾਂ ਡਾਲਰ ਕੱਲੀ ਵੀਡੀਓ ਨੇ ਲੈ ਆਂਦੇ ਹੋਣੇ ਨੇ। ਮੈਂ ਉਹਨਾਂ ਦੇ ਅੱਗੇ ਖੋਲਿਆ ਵੀਡੀਓ ਦਿਖਾਈ, ਮੈਂ ਟੋਟਲ $4.60 ਆਏ ਨੇ। ਖੁਦਾ ਦਾ ਨਾਂ ਜਿਹਾ ਮੇਰੇ ਤੁਹਾਨੂੰ ਵੇਖੋ, ਇਹ ਚੁੱਕੋ ਤੇ ਲੈ ਕੇ ਤੇ ਨਿਕਲੋ, ਮਿਹਰਬਾਨੀ ਕਰੋ, ਮੈਂ ਰੱਜਿਆ ਇਹਨਾਂ ਤੋਂ। ਤੇ ਗੱਲ ਇਹ ਹੈ ਕਿ ਜੀ ਮੇਰਾ ਇਹਨਾਂ ਵੱਲ ਫੋਕਸ ਵੀ ਕੋਈ ਨਹੀਂ ਹੁੰਦਾ। ਚਲੋ ਇਹ ਚੀਜ਼ਾਂ ਸਾਰੀਆਂ ਬਿਹਾਈਂਡ ਦਾ ਸੀਨ ਹੁੰਦੀਆਂ ਨੇ, ਪਤਾ ਨਹੀਂ ਅਸੀਂ ਕਿੰਨੇ ਕੁ ਲੋਕਾਂ ਦੀ ਹੈਲਪ ਕਰ ਰਹੇ ਹੁੰਨੇ ਆ, ਪਰ ਕਰੀ ਦੀ ਵੀ ਜਿੰਨੇ ਕੁ ਜੋਗੇ ਆਏ ਵਾਂ ਅਸੀਂ। ਇਹਨੂੰ ਮੈਂ ਸਪੈਸ਼ਲੀ ਇਸ ਚੀਜ਼ ਨੂੰ ਏਡਾ ਕਦੀ ਇਨਕਲੂਡਡ ਸਮਝੀ ਹੀ ਨਹੀਂ ਹੈ, ਕਿਉਂਕਿ ਮੈਂ ਇਹਨੂੰ ਆਟੇ 'ਚ ਲਾਉਣ ਦੇ ਬਰਾਬਰ ਸਮਝਣਾ। ਅਲਹਮਦੁਲਿਲਾ ਅਸੀਂ ਆਪਣਾ ਇੱਕ ਕਾਰੋਬਾਰ ਕਰ ਰਹੇ ਔਰ ਅਸੀਂ ਉਹਨੂੰ ਹੀ ਕਰਾਂਗੇ ਧਿਆਨ ਦੇ ਨਾਲ। ਬਿਲਕੁਲ। ਅਸੀਂ ਤਾਂ ਦੇਖਿਓ ਦੂਸਰੀ ਚੀਜ਼ ਹੈ ਵੇ, ਜਿੰਨੇ ਵੀ ਸਾਡੇ ਇਸ ਵਕਤ ਲੋਕ ਸੁਣ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਅਹਿਸਾਸ ਹੋਣਾ ਚਾਹੀਦਾ ਹੈ ਕਿ ਐਡਾ ਆਸਾਨ ਕੰਮ ਨਹੀਂ। ਤੁਸੀਂ ਆਪਣੇ ਕੀਮਤੀ ਵਕਤ 'ਚੋਂ ਇੱਕ ਬਿਜ਼ਨਸਮੈਨ ਅਗਰ ਇੱਕ ਵਲੌਗ ਬਣਾ ਰਿਹਾ ਹੈ, ਉਹ ਤੁਹਾਨੂੰ ਤੇ ਸਿਰਫ 8-10 ਦਾ ਵਲੌਗ ਮਿਲਦਾ, ਲੇਕਿਨ ਉਹ 8-10 ਮਿੰਟ ਦੇ ਪਿੱਛੇ ਮਿਹਨਤ ਕਿੰਨੀ ਹੈ, ਕਿੰਨੇ ਲੋਕ ਇਨਵੋਲਵ ਨੇ, ਉਹਦੀ ਐਡੀਟਿੰਗ ਕਿਸ ਤਰ੍ਹਾਂ ਹੋ ਰਹੀ ਹੈ, ਉਹਦਾ ਸੀਨ ਕਿਸ ਤਰ੍ਹਾਂ ਬਣਾਏ ਜਾ ਰਹੇ ਨੇ। ਯਾਸਰ ਸਾਹਿਬ ਨੂੰ ਮੋਬ ਫੜਾਉਣਾ ਕੋਈ ਆਸਾਨ ਕੰਮ ਹੈ ਜਾਂ ਇਹਨਾਂ ਕੋਲ ਇਹ ਉਗਲਵਾਉਣਾ ਕਿ ਜੀ ਦੂਜਾ ਵਿਆਹ ਕਰਨਾ ਹੈ? ਮੈਂ ਤੁਹਾਨੂੰ ਹਾਸੇ ਦੀ ਗੱਲ ਸੁਣਾਵਾਂ, ਜੇ ਕੋਈ 2 ਮਿੰਟ ਮੈਨੂੰ ਦਿਓ ਤੇ ਮੈਂ ਮਤਲਬ ਚੀਮਾ ਸਾਹਿਬ ਨੇ ਮੈਨੂੰ ਕਿਹਾ ਤੁਸੀਂ ਵੀ ਯਾਰ YouTube ਦਾ ਵਲੌਗ ਬਣਾ, ਯਾਸਰ ਤੂੰ ਵੀ ਨਾ ਬਣਾਇਆ ਕਰ। ਤੇ ਮੈਂ ਯਾਸਰ ਦੀ ਦੁਨੀਆ ਦੇ ਨਾਂ ਤੋਂ ਨਾ ਚੈਨਲ ਆਪਣਾ ਬਣਾ ਲਿਆ। ਤੇ ਉਹ ਫਿਰ ਕੋਈ ਥੰਬਨੇਲ ਵੀ ਉੱਤੇ ਲੱਗਦੇ ਨੇ। ਮੈਨੂੰ ਕੋਈ ਪਹਿਲਾਂ ਕੋਈ ਸਮਝ ਲਓ ਮਹੀਨਾ ਡੇਢ ਤੋਂ ਪਤਾ ਨਹੀਂ, ਚੀਮਾ ਸਾਹਿਬ ਨੇ ਕੋਈ ਮੈਨੂੰ ਬੀਬੀ ਦਾ ਨੰਬਰ ਦਿੱਤਾ ਪਾਕਿਸਤਾਨ ਨਾ, ਤੇ ਉਹਨੇ ਕਿਹਾ ਹਰ ਥੰਬਨੇਲ ਦਾ ਮੈਂ ਜਿਹੜਾ ਹੈਗਾ ਨਾ $1000 ਲਵਾ ਗਈ। ਤੇ ਉਹ ਮੈਂ ਕੋਈ ਵੀਕ ਸਮਝ ਲਓ, ਮੈਂ ਐਵਰੀ ਡੇ ਤਾਂ ਨਹੀਂ ਸਾ ਬਣਾਉਂਦਾ, ਤੇ ਮੈਂ ਕੋਈ ਵੀਕ ਬਣਾ ਲੈਣਾ ਸੀ। ਤੇ ਉਹ 20 ਲੋਕ ਮੈਂ ਜਦੋਂ ਬਣਾਏ ਨਾ ਚੀਮਾ ਸਾਹਿਬ, ਤੇ ਉਹਨੇ ਮੇਰੇ ਕੋਲ ਮਹੀਨੇ ਬਾਅਦ $20000 ਲੈ ਲਿਆ। ਤੇ ਮੈਂ ਵੇਖਿਆ ਤੇ ਮੈਨੂੰ ਆਇਆ ਟਾਗਨ ਆਪਣਾ ਆਇਆ ਟਗਾ ਵੀ ਨਾ ਮੈਂ ਲਿਆਦਾ ਅਜੇ ਮੋਨੇਟਾਈਜ਼ ਨਹੀਂ ਸੀ। ਮੈਂ ਕਿਹਾ ਬੀਬੀ ਇਹ ਮੇਰਾ ਚੈਨਲ ਵੇਖ ਲੈ, ਪੈਸਾ ਪੂਹਾ ਮੈਨੂੰ ਕੋਈ ਨਹੀਂ ਆ ਰਿਹਾ, ਤੇ ਤੂੰ ਲਿਆਦਾ ਮਿਹਰਬਾਨੀ ਕਰ, ਮੇਰੇ ਨਾਲ ਮਹੀਨੇ ਦਾ ਤੂੰ ਮੁੱਕਰਾ, ਮੈਨੂੰ ਇਹ ਸਮਝ ਨਹੀਂ ਆਉਂਦਾ।
तो कहते चले आप 5,000 रुपये, उन्हें भी तरस आया मेरे कि भाई आप मुझे 5,000 रुपये महीना दे देना करना, तो थंबनेल आप जितने मर्जी बनवा लेना। तो मैं हर जुम्मा ते मैं ना अपना संडे 2 दिन की मैं व्लॉग बनाना, ते ओए 8 थंबनेल मेरे बनांदी है ते 5,000 लैंदी, तो फिर भी जेरे पैसे आंदे ने ना वो 2,000 मैं पोलियो पा के देना वा सिमरन ते इन्ने को पैसे आंदे। नहीं बल्कि यासिर साहब गार्ड गूड रख लो, कोई बैंक ਜਾਂਦੇ ਹੋ ਪੈਸੇ ਕਢਾਉਣ ਵਾਸਤੇ, ਐ ਨਾ ਹੋਏਗਾ ਕੋਈ ਉੱਥੇ ਜਿਹੜਾ ਹੈ ਸਾਊਥ ਅਫਰੀਕਾ 'ਚ ਕੋਈ ਰਸਤੇ 'ਚ ਲੈ ਲਵੇ ਹੈ। ਨਹੀਂ ਉਹ ਹਾਲਤ ਆਈ ਦਰਅਸਲ ਭਲਾ ਕੀ ਗੱਲ ਏ, ਜਿਹਨੇ ਵੀ ਮੇਰੇ ਕੋਲ ਲੈਣਦਾਰ ਆਉਂਦੇ ਨੇ ਨਾ ਤੇ ਉਹਨਾਂ ਨੂੰ ਕਹਿੰਦਾ ਨਾ ਯਾਰਾ ਕੰਮ ਕੋਈ ਨਹੀਂ, ਤੇ ਇਹੀ ਗੱਲ ਕਰਦੇ ਨੇ ਯਾਰਾ ਤੁਹਾਨੂੰ ਤੇ ਬੜਾ ਪੈਸਾ ਆ ਰਿਹਾ ਟਿਕਟੋਕ ਦਾ ਵਾਪਾ ਜੀ, ਸਾਨੂੰ ਪੈਸੇ ਦਿਓ। ਤੇ ਮੈਂ ਚੀਮੇ ਨਾਲ ਮੇਰੇ ਇਹੀ ਲੜਾਈ, ਮੈਂ ਕਿ ਯਾਰ ਜੇ ਟਿਕਟੋਕ ਛੱਡ ਦਈਏ ਜਾਂ ਫਿਰ ਲੈਣਦਾਰਾਂ ਨੂੰ ਮੇਰੇ ਕੋਲ ਜਾਨ ਛਡਾ, ਕਿਉਂਕਿ ਇੱਕ ਕੰਮ ਕਰੀਏ ਕਿਉਂਕਿ ਉਹ ਗੱਲ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਮਨੀਰ ਭਾਈ, ਤੁਹਾਡਾ ਬਹੁਤ ਸ਼ੁਕਰੀਆ ਜੀ।